ਹੈਲੋ ਸਾਰਿਆਂ ਨੂੰ, ਇੰਜੀਨੀਅਰਿੰਗ ਡਰਾਇੰਗ ਅਤੇ ਕੰਪਿਊਟਰ ਗ੍ਰਾਫਿਕਸ ਤੇ ਸਾਡੇ ਨੇਪਟਲ ਆਨਲਾਈਨ ਸਰਟੀਫਿਕੇਸ਼ਨ ਕੋਰਸਾਂ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਮੋਡਿਊਲ ਨੰਬਰ 7 ਵਿੱਚ ਹਾਂ, ਜਿੱਥੇ ਸਰਫੇਸ ਮਾਡਲਾਂ ਨੂੰ ਕਿਵੇਂ ਕੰਸਟਰਕਟ ਕਰਨਾ ਹੈ, ਇਸ ਬਾਰੇ ਸਿੱਖਾਂਗੇ ਅਤੇ ਅੱਗੇ ਅਸੀਂ ਕੰਪਿਊਟਰ ਗ੍ਰਾਫਿਕਸ ਬਾਰੇ ਸੰਖੇਪ ਜਾਣਕਾਰੀ ਲੈ ਰਹੇ ਹਾਂ। ਇਸ ਲਈ, ਅੱਜ ਦੀ ਕਲਾਸ ਵਿੱਚ ਅਸੀਂ ਇਹਨਾਂ ਸਰਫੇਸ ਕੰਸਟਰਕਸ਼ਨ ਟੈਕਨੀਕਾਂ ਵਿੱਚ ਸਾਰੀਆਂ ਵੱਖ-ਵੱਖ ਸਰਫੇਸ ਕੰਸਟਰਕਸ਼ਨ ਟੈਕਨੀਕਾਂ ਬਾਰੇ ਜਾਣਾਂਗੇ ਜਿਨ੍ਹਾਂ ਦੀ ਵਰਤੋਂ ਅਸੀਂ ਮੁੱਖ ਤੌਰ ਤੇ ਬੇਸਿਸ ਫੰਕਸ਼ਨਾਂ ਵਜੋਂ ਕਿਊਬਿਕ ਪੋਲੀਨੋਮੀਅਲਸ ਲਈ ਕਰਦੇ ਹਾਂ। ਉਦਾਹਰਨ ਲਈ, ਸਾਡੇ ਕੋਲ ਇਹੋ ਜਿਹੇ ਡੇਟਾ ਪੁਆਇੰਟ ਹਨ ਜਿਵੇਂ ਕਿ u1, u2, u3 ਅਤੇ ਹੋਰ। ਅਤੇ ਜੇਕਰ ਤੁਸੀਂ ਪਹਿਲਾਂ ਇੱਕ ਕਰਵ ਬਣਾਉਣਾ ਚਾਹੁੰਦੇ ਹੋ, ਤਾਂ ਅਸੀਂ ਇਹ ਲਾਗੂ ਕਰਾਂਗੇ ਕਿ ਇਹ ਇੱਕ ਕਿਊਬਿਕ ਦੇ ਸਬੰਧ ਨੂੰ ਸੰਤੁਸ਼ਟ ਕਰਦਾ ਹੋਵੇ ਜਿੱਥੇ C0, C1, C2, C3 ਕੋਐਫੀਸ਼ੀਐਂਟ ਹਨ, ਅਤੇ u ਇੱਕ ਪੈਰਾਮੀਟਰ ਹੈ ਜਿਸ ਨੂੰ ਅਸੀਂ ਇਹ ਕਹਿ ਸਕਦੇ ਹਾਂ ਜਿਵੇਂ ਕਿ XYZ ਕੋਆਰਡੀਨੇਟ। ਵੱਖ-ਵੱਖ XYZ ਕੋਆਰਡੀਨੇਟ ਕੀ ਹਨ, ਅਸੀਂ ਇਸ ਨੂੰ ਪਲੱਗ ਕਰਨ ਜਾ ਰਹੇ ਹਾਂ, ਤਾਂ ਜੋ ਅਸੀਂ ਇੱਕ ਪੈਰਾਮੀਟਰ ਕਰਵ ਪ੍ਰਾਪਤ ਕਰਨ ਦੀ ਪੋਜੀਸ਼ਨ ਵਿੱਚ ਹੋਵਾਂਗੇ। ਇੱਥੇ, ਹਰ ਇੱਕ C0, C1, C2, C3 ਮੂਲ ਰੂਪ ਵਿੱਚ ਉਸ ਪੋਲੀਨੋਮੀਅਲ ਕਰਵ ਦੇ ਵਜ਼ਨ ਫੰਕਸ਼ਨਾਂ ਨੂੰ ਦਰਸਾਉਂਦਾ ਹੈ। ਉਹ ਇੱਕ ਕਾਇੰਡ ਦੀ ਥਿੰਗ ਜਾਂ 1 ਕਾਇੰਡ ਦੀ ਥਿੰਗ, 1.5.1 ਅਜਿਹੀ ਥਿੰਗ ਹੋ ਸਕਦੀ ਹੈ। ਇਸ ਲਈ, ਇਹ ਵਜ਼ਨ ਅਸੀਂ ਧਿਆਨ ਨਾਲ ਦਿਖਾਈਏ ਤਾਂ ਕਿ ਇੱਕ ਵਧੀਆ ਕਰਵ ਅਸਲ ਵਿੱਚ ਇਹਨਾਂ ਪੁਆਇੰਟਾਂ ਵਿੱਚੋਂ ਜਾਵੇ। ਇੱਕ ਵਾਰ ਜਦੋਂ ਅਸੀਂ ਇਹਨਾਂ ਕਿਊਬਿਕ ਪੋਲੀਨੋਮੀਅਲ ਨੂੰ ਕੰਸਟਰਕਟ ਕਰ ਲੈਂਦੇ ਹਾਂ, ਤਾਂ ਅਸੀਂ ਸਰਫੇਸ ਕੰਸਟਰਕਟ ਕਰਨ ਲਈ ਉਸੇ ਟੈਕਨੀਕ ਨੂੰ ਲਾਗੂ ਕਰਨ ਲਈ ਇੰਟਰਪੋਲੇਟ ਕਰਾਂਗੇ। ਹਰਮਾਈਟ ਬਾਈਕਿਊਬਿਕ ਸਰਫੇਸ ਦੇ ਅਨੁਸਾਰ ਸਭ ਤੋਂ ਪਹਿਲਾਂ ਅਸੀਂ ਕੀ ਕਰਦੇ ਹਾਂ, ਅਸੀਂ ਉਹਨਾਂ ਪੁਆਇੰਟਾਂ ਦੇ ਵਿਚਕਾਰ ਇੱਕ ਕਰਵ ਕੰਸਟਰਕਟ ਕਰਦੇ ਹਾਂ। ਜੇਕਰ ਅਸੀਂ ਉਹਨਾਂ ਨੂੰ ਜੋੜਦੇ ਹਾਂ, ਤਾਂ ਅਸੀਂ ਇੱਕ ਵਿਸ਼ੇਸ਼ ਕਰਵ ਪ੍ਰਾਪਤ ਕਰਦੇ ਹਾਂ। ਉਦਾਹਰਨ ਲਈ, ਪੁਆਇੰਟ P0, P1। ਅਸੀਂ ਜਾਣਦੇ ਹਾਂ ਕਿ ਇਹ ਉਸ ਸਿਸਟਮ ਦੇ ਕੋਈ ਵੀ XY ਕੋਆਰਡੀਨੇਟ ਹਨ। ਸਾਡੇ ਕੋਲ ਉਸ ਪੁਆਇੰਟ ਬਾਰੇ ਇਨਫੋਰਮੇਸ਼ਨ ਹੈ, ਸਾਡੇ ਕੋਲ P1 ਬਾਰੇ ਇਨਫੋਰਮੇਸ਼ਨ ਹੈ। ਅਤੇ ਸਿਮਿਲਰਲੀ, ਸਾਡੇ ਕੋਲ P0 ਤੇ ਟੈਂਜੈਂਟ ਬਾਰੇ ਇਨਫੋਰਮੇਸ਼ਨ ਹੈ ਜਿਸ ਨੂੰ ਅਸੀਂ P0 ਪ੍ਰਾਈਮ ਦਰਸਾ ਰਹੇ ਹਾਂ। ਸਿਮਿਲਰਲੀ, P1 ਤੇ ਟੈਂਜੈਂਟ ਜਿਸ ਨੂੰ ਅਸੀਂ P1 ਪ੍ਰਾਈਮ ਕਹਿ ਰਹੇ ਹਾਂ। ਜੇਕਰ ਸਾਡੇ ਕੋਲ ਇਸ ਡਾਇਰੈਕਸ਼ਨ ਵਿੱਚ ਇਹ ਕਰਵ ਦੀ ਇਨਫੋਰਮੇਸ਼ਨ ਹੈ, ਜੇਕਰ ਅਸੀਂ ਉਹਨਾਂ ਟੈਂਜੈਂਟ ਇਨਫੋਰਮੇਸ਼ਨ ਅਤੇ ਪੁਆਇੰਟਾਂ ਇਨਫੋਰਮੇਸ਼ਨ ਦੇ ਬੇਸ ਤੇ ਇੰਟਰਪੋਲੇਟ ਕਰ ਸਕਦੇ ਹਾਂ ਇੱਕ ਸਮੂਥ ਕਰਵ, ਜੇਕਰ ਅਸੀਂ ਉਸ ਵਿੱਚੋਂ ਲੰਘਾ ਰਹੇ ਹਾਂ ਤਾਂ ਅਸੀਂ ਇਸ ਨੂੰ ਹਰਮਾਈਟ ਕਰਵ ਕਹਿੰਦੇ ਹਾਂ। ਉਹ ਇੱਕ ਖਾਸ ਸੰਬੰਧ ਨੂੰ ਸੰਤੁਸ਼ਟ ਕਰਦੇ ਹਾਂ ਜਿੱਥੇ ਤੁਹਾਡਾ P ਉਸ ਕਰਵ ਉੱਤੇ ਕੋਈ ਵੀ ਪੁਆਇੰਟ P ਇਸ ਸੰਬੰਧ ਨੂੰ ਸੰਤੁਸ਼ਟ ਕਰਨ ਲਈ ਮੰਨਿਆ ਜਾਂਦਾ ਹੈ। ਹਰਮਾਈਟ ਕਰਵ ਜਿਸ ਨੂੰ ਅਸੀਂ ਸਰਫੇਸ ਤੇ ਵੀ ਲੋਕੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਲਈ ਤੁਸੀਂ ਕਿਸੇ ਵੀ ਹਰਮਾਈਟ ਕਰਵ ਨੂੰ ਚੁਣੋ ਜੋ ਉਸ ਸਰਫੇਸ ਤੋਂ ਲੰਘ ਰਹੀ ਹੈ। ਉਸ ਪੁਆਇੰਟ ਨੂੰ ਚੁਣੋ ਜਿੱਥੇ u ਵੀ ਇਨਫੋਰਮੇਸ਼ਨ, ਸਾਡੇ ਕੋਲ ਉਸ ਸਰਫੇਸ ਤੇ ਪੈਰਾਮੀਟ੍ਰਿਕ ਵੇਰੀਏਸ਼ਨ ਹੈ। u ਵੀ ਦੀ ਡਾਇਰੈਕਸ਼ਨ ਵਿੱਚ ਪੁਆਇੰਟ ਨੂੰ ਉਹਨਾਂ ਪੁਆਇੰਟਾਂ ਅਤੇ ਟੈਂਜੈਂਟ ਇਨਫੋਰਮੇਸ਼ਨ ਵਿੱਚ ਸੰਬੰਧ ਦੇ ਬੇਸ ਤੇ ਸੰਤੁਸ਼ਟ ਕਰਨਾ ਚਾਹੀਦਾ ਹੈ ਜੋ ਸਾਡੇ ਕੋਲ ਹਨ। ਅਤੇ ਜਦੋਂ ਅਸੀਂ ਇਹ ਕੰਸਟਰਕਟ ਕਰ ਰਹੇ ਹੁੰਦੇ ਹਾਂ, ਤਾਂ ਅਸੀਂ ਕੁਝ ਮੁੱਦਿਆਂ ਜਿਵੇਂ ਕਿ ਵਜ਼ਨ ਅਤੇ ਹੋਰ ਚੀਜ਼ਾਂ ਨੂੰ ਮਿਨੀਮਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਫਰਦਰ ਪਰਪਸ, ਅਸੀਂ ਫੰਕਸ਼ਨ ਵੈਲਿਊਜ਼ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੋ ਅਸੀਂ ਫੰਕਸ਼ਨ ਵੈਲਿਊਜ਼ ਦੀ ਵਰਤੋਂ ਕਰਦੇ ਹਾਂ ਅਤੇ ਉਹਨਾਂ ਦੇ ਡੈਰੀਵੇਟਿਵਜ਼ ਵੀ ਉਸ ਸਰਫੇਸ ਨੂੰ ਪ੍ਰਾਪਤ ਕਰਨ ਲਈ ਇਸ ਨੂੰ ਵੱਖ-ਵੱਖ ਪੁਆਇੰਟ ਤੇ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਤੇ ਉਹ ਮੈਟ੍ਰਿਕਸ ਇਸ ਗੱਲ ਤੇ ਬੇਸਡ ਹੈ ਕਿ ਇਹ ਕਿੰਨੀ ਸਮੂਥ ਹੈ, ਕਿ ਇਹ ਕਿੰਨੀ ਨਿਯਮਤ ਤੌਰ ਤੇ ਕੰਡੀਸ਼ਨਡ ਜਾਂ ਖਰਾਬ ਕੰਡੀਸ਼ਨਡ ਤੇ ਹੈ। ਇਸ ਦੇ ਬੇਸ ਤੇ ਅਸੀਂ ਇਹਨਾਂ ਸਰਫੇਸ ਨੂੰ ਕੰਸਟਰਕਟ ਕਰਾਂਗੇ। ਸਰਫੇਸ ਕੰਸਟਰਕਟ ਕਰਨ ਦੇ ਹੋਰ ਤਰੀਕੇ ਵੀ ਹਨ ਜਿਨ੍ਹਾਂ ਨੂੰ ਬੀਜ਼ੀਅਰ ਕਰਵ ਅਤੇ ਬੀਜ਼ੀਅਰ ਸਰਫੇਸ ਕਿਹਾ ਜਾਂਦਾ ਹੈ। ਇਸ ਵਿੱਚ ਸਾਡੇ ਕੋਲ ਖਾਸ ਡੇਟਾ ਪੁਆਇੰਟ ਹਨ ਜਿਵੇਂ ਕਿ P1, P2, P3, P4
ਅਸੀਂ ਇਹਨਾਂ ਡੇਟਾ ਪੁਆਇੰਟਾਂ ਵਿੱਚ ਤੁਰੰਤ ਸ਼ਾਮਲ ਨਹੀਂ ਹੁੰਦੇ। ਅਸੀਂ ਕੀ ਕਰਦੇ ਹਾਂ? ਅਸੀਂ ਇਹਨਾਂ ਡੇਟਾ ਪੁਆਇੰਟਾਂ ਦੇ ਵਿਚਕਾਰ ਫਿੱਟ ਹੋਣ ਵਾਲੇ ਕੁਝ ਪੋਲੀਗੋਨ ਦੇ ਬੇਸ ਤੇ ਇਸ ਨੂੰ ਕੰਸਟਰਕਟ ਕਰਦੇ ਹਾਂ। ਅਤੇ ਜਦੋਂ ਅਸੀਂ ਇਹਨਾਂ ਪੋਲੀਗੋਨ ਨੂੰ ਫਿੱਟ ਕਰਦੇ ਹਾਂ, ਜੋ ਵੀ ਕਰਵ ਜੋ ਇਹਨਾਂ ਪੋਲੀਗੋਨ ਨੂੰ ਪਾਰ ਕਰਦੇ ਹੋਏ ਲੰਘਦਾ ਹੈ, ਉਸ ਨੂੰ ਅਸੀਂ ਬੀਜ਼ੀਅਰ ਕਰਵ ਕਹਿੰਦੇ ਹਾਂ। ਜੇਕਰ ਮੈਂ ਇਸ ਨੂੰ ਪੈਰਾਮੀਟ੍ਰਿਕ ਵੇਰੀਏਸ਼ਨ ਦੇ ਰੂਪ ਵਿੱਚ ਦਰਸਾਉਂਦਾ ਹਾਂ, p ਉਸ ਕਰਵ ਉੱਤੇ ਕਿਸੇ ਵੀ ਪੁਆਇੰਟ p ਪੈਰਾਮੀਟ੍ਰਿਕ ਕਰਵ ਨੂੰ pik ਦੇ ਰੂਪ ਵਿੱਚ ਫੈਲਾਇਆ ਜਾਣਾ ਚਾਹੀਦਾ ਹੈ, ਜਿੱਥੇ k1, k2, k3, k4 ਵਿੱਚ ਇਹ ਕਿਊਬਿਕ ਇੰਟਰਪੋਲੇਸ਼ਨ ਹਨ। ਇਸ ਲਈ t ਸਾਡਾ ਪੈਰਾਮੀਟ੍ਰਿਕ ਵੈਰੀਏਬਲ ਹੈ, ਜਿਵੇਂ ਕਿ ਸਾਡੇ u ਇੱਕ ਕਿਊਬਿਕ ਪੋਲੀਨੋਮੀਅਲ a ਕਿਊਬਿਕ ਵੱਖ-ਵੱਖ ਕਾਇੰਡ ਦੇ ਫਾਰਮੈਟ ਵਿੱਚ ਅਸੀਂ ਧਿਆਨ ਨਾਲ ਐਡਜਸਟ ਕਰਨ ਜਾ ਰਹੇ ਹਾਂ, ਤਾਂ ਜੋ ਅਸੀਂ ਇੱਕ ਪੋਲੀਗੋਨ ਕੰਸਟਰਕਟ ਕਰਨ ਦੀ ਪੋਜੀਸ਼ਨ ਵਿੱਚ ਹੋਵਾਂਗੇ, ਜਿਸ ਵਿੱਚੋਂ ਇਹ ਵਿਸ਼ੇਸ਼ ਪੋਲੀਨੋਮੀਅਲ ਕਰਵ ਅਸਲ ਵਿੱਚ ਲੰਘਦਾ ਹੈ। ਜੇਕਰ ਅਸੀਂ ਅਜਿਹਾ ਕਰਨ ਜਾ ਰਹੇ ਹਾਂ, ਤਾਂ ਇਸ ਕਾਇੰਡ ਦੇ ਕਰਵ ਜਿਸ ਨੂੰ ਅਸੀਂ ਬੀਜ਼ੀਅਰ ਕਰਵ ਕਹਿੰਦੇ ਹਾਂ, ਅਤੇ ਇਹ ਸਭ ਤੋਂ ਪ੍ਰਸਿੱਧ ਰਿਪਰੈਜ਼ੈਂਟੇਸ਼ਨ ਕਰਵਾਂ ਹਨ। ਅਤੇ ਜਦੋਂ ਅਸੀਂ ਇਸ ਤਰ੍ਹਾਂ ਦੇ ਕਰਵ ਦੀ ਡਰਾਇੰਗ ਬਣਾ ਰਹੇ ਹੁੰਦੇ ਹਾਂ, ਤਾਂ ਸਾਨੂੰ ਉਸ ਸਮੂਥ ਕਰਵ ਨੂੰ ਕੰਸਟਰਕਟ ਕਰਨ ਲਈ ਸਿਰਫ 4 ਪੁਆਇੰਟਾਂ ਦੀ ਲੋੜ ਹੁੰਦੀ ਹੈ। ਉਦਾਹਰਨ ਲਈ, ਸਾਡੇ ਕੋਲ ਪੁਆਇੰਟ p1, p2, p3, p4 ਇਸ ਨੂੰ ਦਰਸਾਉਣ ਦਾ ਇੱਕ ਤਰੀਕਾ ਹੈ ਜੋ ਸ਼ਾਇਦ ਮੈਂ ਇੱਕ ਲਾਈਨ ਦੀ ਤਰ੍ਹਾਂ ਕੰਸਟਰਕਟ ਕਰਨ ਜਾ ਰਿਹਾ ਹਾਂ, ਜਾਂ ਸ਼ਾਇਦ ਮੈਂ ਸਿਰਫ ਇੱਕ ਸਪਲਾਈਨ ਵਰਗੀ ਕੋਈ ਚੀਜ਼ ਕੰਸਟਰਕਟ ਕਰਦਾ ਹਾਂ। ਸਭ ਤੋਂ ਵਧੀਆ ਰਿਪਰੈਜ਼ੈਂਟੇਸ਼ਨ ਇਸ ਬੀਜ਼ੀਅਰ ਰਿਪਰੈਜ਼ੈਂਟੇਸ਼ਨ ਦੇ ਨਾਲ ਜਾਣਾ ਹੈ, ਜਿਸ ਨਾਲ ਇਹਨਾਂ ਵਜ਼ਨਾਂ ਨੂੰ ਘੱਟ ਕਰਕੇ ਅਸੀਂ ਇੱਕ ਕਰਵ ਕੰਸਟਰਕਟ ਕਰਨ ਦੀ ਪੋਜੀਸ਼ਨ ਵਿੱਚ ਹੋਵਾਂਗੇ। ਜ਼ਿਆਦਾਤਰ ਗ੍ਰਾਫਿਕਸ ਐਡੀਟਰਸ ਸੌਫਟਵੇਅਰ ਜਾਂ ਜੋ ਵੀ ਅਸੀਂ ਅਸਲ ਵਿੱਚ ਕਰਵ ਡਰਾ ਕਰਦੇ ਹਾਂ ਅਤੇ ਥਿੰਗਸ ਨੂੰ ਪੇਸ਼ ਕਰਦੇ ਹਾਂ, ਇਹਨਾਂ ਬੀਜ਼ੀਅਰ ਕਰਵਾਂ ਤੇ ਕੰਮ ਕਰਦਾ ਹੈ। ਜੇ ਤੁਸੀਂ ਇਹ ਦੇਖ ਰਹੇ ਹੋ ਕਿ ਉਦਾਹਰਨ ਲਈ 3 ਡਾਇਮੈਂਸ਼ਨ ਵਿੱਚ ਸਾਡੇ ਕੋਲ ਇਹ 4 ਡੇਟਾ ਪੁਆਇੰਟ ਹਨ, ਤਾਂ ਪਹਿਲਾਂ ਅਸੀਂ ਉਸ ਵਿੱਚ ਇੱਕ ਬੀਜ਼ੀਅਰ ਕਰਵ ਕੰਸਟਰਕਟ ਕਰਾਂਗੇ। ਸਿਮਿਲਰਲੀ, ਸਾਡੇ ਕੋਲ ਹੋਰ ਡੇਟਾ ਪੁਆਇੰਟ ਹੋਣਗੇ, ਜਿਵੇਂ ਕਿ 1 ਜਾਂ 2 ਜਾਂ ਸ਼ਾਇਦ ਬੋਟਮ ਤੇ 3 ਅਤੇ 4 ਵਿੱਚ ਫਿਰ ਅਸੀਂ ਇੱਕ ਹੋਰ ਬੀਜ਼ੀਅਰ ਕਰਵ ਨੂੰ ਪਾਸ ਕਰਨ ਦੀ ਪੋਜੀਸ਼ਨ ਵਿੱਚ ਹੋਵਾਂਗੇ। ਸਿਮਿਲਰਲੀ, ਇੱਕ ਹੋਰ ਬੀਜ਼ੀਅਰ ਕਰਵ, ਇੱਕ ਹੋਰ ਬੀਜ਼ੀਅਰ ਕਰਵ। ਸਿਮਿਲਰਲੀ, ਦੂਜੀਆਂ ਡਾਇਰੈਕਸ਼ਨ ਤੇ ਸਾਡੇ ਕੋਲ 4 ਡੇਟਾ ਪੁਆਇੰਟ ਹਨ, ਤਾਂ ਇੱਕ ਸਰਫੇਸ ਵਿੱਚੋਂ ਇਸ ਤਰੀਕੇ ਨਾਲ ਇੱਕ ਬੀਜ਼ੀਅਰ ਕਰਵ ਪਾਸ ਕਰੋ ਤਾਂ ਜੋ ਅਸੀਂ ਉਸ ਓਬਜੈਕਟ ਉੱਤੇ ਇੱਕ ਖਾਲੀ ਸਰਫੇਸ ਕੰਸਟਰਕਟ ਕਰਨ ਦੀ ਪੋਜੀਸ਼ਨ ਵਿੱਚ ਹੋਈਏ। ਸਿਰਫ 16 ਡੇਟਾ ਪੁਆਇੰਟਾਂ ਨੂੰ ਜਾਣ ਕੇ ਅਸੀਂ ਇੱਕ ਬਹੁਤ ਹੀ ਸਮੂਥ ਸਰਫੇਸ ਕੰਸਟਰਕਟ ਕਰਨ ਦੀ ਪੋਜੀਸ਼ਨ ਵਿੱਚ ਹੋਵਾਂਗੇ। ਆਓ ਧਿਆਨ ਨਾਲ ਵੇਖੀਏ, ਸਾਡੇ ਕੋਲ ਜੋ ਡੇਟਾ ਪੁਆਇੰਟ ਹਨ ਉਹ 1, 2, 3, 4 ਹਨ। ਸਿਮਿਲਰਲੀ, ਹੋ ਸਕਦਾ ਹੈ 1, ਸ਼ਾਇਦ 2, 3, 4, ਬੋਟਮ 5 ਤੇ ਅਤੇ ਇਸ ਤਰ੍ਹਾਂ। ਇਹ ਉਹ ਡੇਟਾ ਪੁਆਇੰਟ ਹਨ ਜੋ ਸਾਡੇ ਕੋਲ ਹਨ। ਹੁਣ ਕਿਸੇ ਇੱਕ ਨੂੰ ਸਰਫੇਸ ਕੰਸਟਰਕਟ ਕਰਨਾ ਪਵੇਗਾ ਕਿਉਂਕਿ ਇਹ ਡੇਟਾ ਪੁਆਇੰਟ ਸਕੈਟਰਡ ਹੋਏ ਹਨ। ਸਭ ਤੋਂ ਵਧੀਆ ਤਰੀਕਾ ਕੀ ਹੈ? ਅਸਲ ਵਿੱਚ ਕਿਸੇ ਨੂੰ ਉਹ ਸਰਫੇਸ ਮਿਲ ਸਕਦਾ ਹੈ। ਫਰਦਰ ਪਰਪਸ, ਸਾਨੂੰ ਕੀ ਚਾਹੀਦਾ ਹੈ? ਜੇਕਰ ਸਾਡੇ ਕੋਲ ਇਹਨਾਂ ਬੀਜ਼ੀਅਰ ਕਰਵ ਸਿਧਾਂਤਾਂ ਦੀ ਵਰਤੋਂ ਕਰਕੇ ਮਿਨੀਮਮ 16 ਪੁਆਇੰਟ ਹਨ, ਤਾਂ ਕੋਈ ਇਸ ਨੂੰ ਇੱਕ ਸਮੂਥ ਸਰਫੇਸ ਕੰਸਟਰਕਟ ਕਰ ਸਕਦਾ ਹੈ। ਜਿਵੇਂ ਕਿ ਸਰਫੇਸ ਦੇ ਨਾਲ ਕਰਵ ਆਪਣੇ ਆਪ ਵਿੱਚ ਉਦੋਂ ਤੱਕ ਮੌਜੂਦ ਨਹੀਂ ਹੁੰਦਾ ਜਦੋਂ ਤੱਕ ਅਸੀਂ ਇਹਨਾਂ 4 ਪੁਆਇੰਟਾਂ ਨੂੰ ਕਿਸੇ ਕੋਐਫੀਸ਼ੀਐਂਟ ਦੁਆਰਾ ਵਜ਼ਨ ਦੇ ਕੇ ਕੰਪਿਊਟ ਨਹੀਂ ਕਰਦੇ ਹਾਂ। ਤਾਂ ਉਹ ਕਰਵ ਕੀ ਹੈ ਜੋ ਮੌਜੂਦ ਨਹੀਂ ਹੈ? ਸਾਡੇ ਕੋਲ ਇਹ ਵੱਖਰੇ ਡੇਟਾ ਪੁਆਇੰਟ ਹਨ। ਉੱਥੋਂ ਅਸੀਂ ਇਸ ਨੂੰ ਕੰਸਟਰਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਰਿਪਰੈਜ਼ੈਂਟੇਸ਼ਨ ਕਰਨ ਦਾ ਦੂਜਾ ਤਰੀਕਾ, ਇਹ ਡੇਟਾ ਪੁਆਇੰਟ ਸਰਫੇਸ ਨੂੰ ਕੰਸਟਰਕਟ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਿਸ ਨੂੰ ਬੀ ਸਪਲਾਈਨ ਕਿਹਾ ਜਾਂਦਾ ਹੈ, ਜਿਸ ਨੂੰ ਬੇਸਿਸ ਸਪਲਾਈਨ ਟੈਕਨੀਕ ਵੀ ਕਿਹਾ ਜਾਂਦਾ ਹੈ। ਕਿਉਂਕਿ ਇਹ ਇੱਕ ਡਰਾਇੰਗ ਕੋਰਸ ਹੈ, ਅਸੀਂ ਇਹਨਾਂ ਕਰਵਾਂ ਦੇ ਮੈਥਮੈਟੀਕਲ ਫਾਰਮੂਲੇਸ਼ਨ ਦੇ ਬਹੁਤ ਜ਼ਿਆਦਾ ਵੇਰਵਿਆਂ ਵਿੱਚ ਨਹੀਂ ਜਾ ਰਹੇ ਹਾਂ, ਪਰ ਸਿਰਫ ਇਸ ਬਾਰੇ ਸਮੁੱਚੇ ਤੌਰ ਤੇ ਵਿਚਾਰ ਰੱਖਣ ਲਈ ਕਿ ਕਿਸ ਕਾਇੰਡ ਦੇ ਕਰਵ ਕਿਸ ਕਿਸਮ ਦੇ ਐਪਲੀਕੇਸ਼ਨਸ ਲਈ ਚੰਗੇ ਹਨ। ਉਹ ਚੀਜ਼ ਹੈ ਜੋ ਅਸੀਂ ਇਸ ਬਾਰੇ ਸਿੱਖਾਂਗੇ।
ਬੇਸਿਸ ਸਪਲਾਈਨ ਟੈਕਨੀਕਾਂ ਵਿੱਚ ਅਸੀਂ ਕਿਸੇ ਵੀ ਕਿਊਬਿਕ ਪੋਲੀਨੋਮੀਅਲ ਦੀ ਬਜਾਏ ਪੋਲੀਗੋਨ ਦੀ ਵਰਤੋਂ ਕਰਾਂਗੇ। ਇਸ ਲਈ ਕਿਸੇ ਵੀ ਕਿਊਬਿਕ ਪੋਲੀਨੋਮੀਅਲ ਦੀ ਵਰਤੋਂ ਕਰਨ ਦੀ ਬਜਾਏ ਜੇਕਰ ਸਾਡੇ ਕੋਲ ਇਹ ਪੋਲੀਗੋਨ ਹਨ ਤਾਂ ਅਸੀਂ ਇਸ ਨੂੰ ਬੇਸਿਸ ਸਪਲਾਈਨ ਕਹਿੰਦੇ ਹਾਂ। ਟਰਮ ਬੀ ਸਪਲਾਈਨ ਨੂੰ ਆਈਸੈਕ ਜੈਕਬ ਸ਼ੋਏਨਬਰਗ ਦੁਆਰਾ ਤਿਆਰ ਕੀਤਾ ਗਿਆ ਸੀ, ਅਤੇ ਇਹ ਬੇਸਿਸ ਸਪਲਾਈਨ ਕਹਿਣ ਦੀ ਇੱਕ ਸ਼ੋਰਟ ਰਿਪਰੈਜ਼ੈਂਟੇਸ਼ਨ ਹੈ। ਆਰਡਰ n ਦਾ ਇੱਕ ਸਪਲਾਈਨ ਫੰਕਸ਼ਨ ਇੱਕ ਵੇਰੀਏਬਲ ਇੰਡੈਕਸ x ਵਿੱਚ ਡਿਗਰੀ n-1 ਵੇਰੀਏਬਲ ਇੰਡੈਕਸ x ਵਿੱਚ ਉਹ ਸਥਾਨ ਜਿੱਥੇ ਟੁਕੜੇ ਮਿਲਦੇ ਹਨ, ਉਹਨਾਂ ਨੂੰ ਨੋਟਿਸ ਵਜੋਂ ਜਾਣਿਆ ਜਾਂਦਾ ਹੈ। ਸਪਲਾਈਨ ਫੰਕਸ਼ਨਾਂ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਉਹ ਅਤੇ ਉਹਨਾਂ ਦੇ ਡੈਰੀਵੇਟਿਵ ਨੋਟਿਸ ਦੀ ਮਲਟੀਪਲਿਸਿਟੀ ਤੇ ਨਿਰਭਰ ਕਰਦੇ ਹੋਏ ਨਿਰੰਤਰ ਹੋ ਸਕਦੇ ਹਨ। ਕਿ ਇਹ ਨੋਟਿਸ ਕਿੰਨੀਆਂ ਗੁੰਝਲਦਾਰ ਹਨ, ਸਾਡੇ ਕੋਲ ਸਮੂਥ ਕਰਵ ਹੋ ਸਕਦੇ ਹਨ। ਅਤੇ ਅਸੀਂ ਕਿਊਬਿਕ ਪੋਲੀਨੋਮੀਅਲ ਵਰਗੀ ਕਿਸੇ ਵੀ ਚੀਜ਼ ਦੀ ਵਰਤੋਂ ਨਹੀਂ ਕਰਦੇ ਹਾਂ, ਜਿਵੇਂ ਕਿ ਅਸੀਂ ਬੀਜ਼ੀਅਰ ਕਰਵ ਲਈ ਵਰਤਿਆ ਹੈ, ਪਰ ਇੱਥੇ ਅਸੀਂ ਇਹਨਾਂ ਪੋਲੀਗੋਨਸ ਨੂੰ ਧਿਆਨ ਨਾਲ ਵਿਵਸਥਿਤ ਕਰਕੇ ਪੋਲੀਗੋਨ ਦੀ ਵਰਤੋਂ ਕਰਕੇ ਅਸੀਂ ਸਰਫੇਸ ਕੰਸਟਰਕਟ ਕਰਨ ਦੀ ਪੋਜੀਸ਼ਨ ਵਿੱਚ ਹੋਵਾਂਗੇ। ਉਦਾਹਰਨ ਲਈ, ਸਾਡੇ ਕੋਲ ਇਹ ਡੇਟਾ ਪੁਆਇੰਟ ਸਭ ਤੋਂ ਆਸਾਨ ਪੋਲੀਗੋਨ ਹਨ ਜੋ ਮੈਂ ਅਸਲ ਵਿੱਚ ਫਿਕਸ ਕਰ ਸਕਦਾ ਹਾਂ। ਇਹ ਟੇਲ ਵਰਗੀ ਰੈਕਟੈਂਗੂਲਰ ਟੇਲ ਜੋ ਮੈਂ ਰੱਖ ਸਕਦਾ ਹਾਂ, ਸ਼ਾਇਦ ਇੱਕ ਰੋਮਬਸ ਜਾਂ ਸ਼ਾਇਦ ਇੱਕ ਟਰਾਇੰਗਲ ਜੋ ਮੈਂ ਅਸਲ ਵਿੱਚ ਕੰਸਟਰਕਟ ਕਰ ਸਕਦਾ ਹਾਂ। ਤਾਂ ਇਸ ਕਾਇੰਡ ਦੇ ਵੱਖ-ਵੱਖ ਓਬਜੈਕਟ ਨੂੰ ਬਦਲਦੇ ਹੋਏ ਮੈਂ ਇੱਕ ਸਰਫੇਸ ਕੰਸਟਰਕਟ ਕਰ ਸਕਾਂਗਾ। ਇਸ ਲਈ ਉਹਨਾਂ ਪੋਲੀਗੋਨ ਨੂੰ ਨਿਯੰਤਰਿਤ ਕਰਨ ਦੇ ਬੇਸ ਤੇ ਇਹ ਹੈਕਸਾਗਨ ਅਤੇ ਡੋਡੇਕਹੇਡਰੋਨ ਹੋ ਸਕਦੇ ਹਨ, ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਅਸੀਂ ਇੱਕ ਚੰਗੀ ਸਰਫੇਸ ਕੰਸਟਰਕਟ ਕਰਨ ਦੀ ਪੋਜੀਸ਼ਨ ਵਿੱਚ ਹੋਵਾਂਗੇ। ਉਹੀ ਨੋਟਿਸ ਤੇ ਪਰਿਭਾਸ਼ਿਤ ਉਸੇ ਆਰਡਰ ਲਈ ਸਪਲਾਈਨ ਫੰਕਸ਼ਨਾਂ ਲਈ ਕਰਮ n ਬੇਸਿਸ ਫੰਕਸ਼ਨਾਂ ਦੇ ਬੀ ਸਪਲਾਈਨਾਂ ਦਾ ਮਤਲਬ ਹੈ ਕਿ ਸਾਰੇ ਸੰਭਵ ਸਪਲਾਈਨ ਫੰਕਸ਼ਨਾਂ ਨੂੰ ਬੀ ਸਪਲਾਈਨਾਂ ਦੇ ਲੀਨੀਅਰ ਕੋਬੀਨੇਸ਼ਨ ਤੋਂ ਬਣਾਇਆ ਜਾ ਸਕਦਾ ਹੈ। ਫਾਇਦਾ ਇਹ ਹੈ ਕਿ ਤੁਸੀਂ ਇਸ ਨੂੰ ਅਸਲ ਵਿੱਚ ਜੋੜ ਸਕਦੇ ਹੋ ਇੱਕ ਲੀਨੀਅਰ ਫੰਕਸ਼ਨ ਦੇ ਰੂਪ ਵਿੱਚ। ਇਹ ਉਹ ਫਾਇਦਾ ਹੈ ਜੋ ਸਾਨੂੰ ਇਹਨਾਂ ਬੀ ਸਪਲਾਈਨਾਂ ਨਾਲ ਮਿਲੇਗਾ, ਅਤੇ ਹਰੇਕ ਸਪਲਾਈਨ ਫੰਕਸ਼ਨ ਲਈ ਸਿਰਫ ਇੱਕ ਯੂਨੀਕ ਕੋਬੀਨੇਸ਼ਨ ਹੈ। ਜਦੋਂ ਤੁਸੀਂ ਇਸ ਦੀ ਵਰਤੋਂ ਕਰਦੇ ਹੋ ਤਾਂ ਉਸ ਸਰਫੇਸ ਕੰਸਟਰਕਸ਼ਨ ਵਿੱਚ ਕੋਈ ਵੀ ਮਲਟੀਪਲਿਸਿਟੀ ਸ਼ਾਮਲ ਨਹੀਂ ਹੋਣਗੀਆਂ। ਤੁਹਾਡੇ ਕੋਲ ਉਹ ਯੂਨੀਕ ਰਿਪਰੈਜ਼ੈਂਟੇਸ਼ਨ ਹੋਵੇਗੀ। ਉਦਾਹਰਨ ਲਈ, ਜਿਵੇਂ ਕਿ ਤੁਸੀਂ ਕੰਸਟਰਕਟ ਕਰਨਾ ਚਾਹੁੰਦੇ ਹੋ ਸ਼ਿਪ ਹਲ, ਸਮੁੰਦਰੀ ਜਹਾਜ਼ ਦਾ ਢਾਂਚਾ, ਅਤੇ ਇਸ ਤਰ੍ਹਾਂ ਹੀ ਹੋਰ। ਆਮ ਤੌਰ ਤੇ ਇਹ ਬੀ ਸਪਲਾਈਨ ਸਰਫੇਸ ਕਾਫੀ ਮਸ਼ਹੂਰ ਹਨ। ਜੇਕਰ ਤੁਸੀਂ ਕਿਸੇ ਵੀ CAD ਸੌਫਟਵੇਅਰ ਨੂੰ ਖੋਲ੍ਹਦੇ ਹੋ ਤਾਂ ਹੋ ਸਕਦਾ ਹੈ ਸੋਲਿਡਵਰਕ, ਆਟੋਕੈਡ ਇਹ ਆਪਸ਼ਨ ਤੁਹਾਡੇ ਕੋਲ ਹੋਣਗੇ, ਜਾਂ GL ਖੋਲ੍ਹਣਾ। ਇਹ ਇਸ ਕਾਇੰਡ ਦੇ ਸੌਫਟਵੇਅਰ ਹਨ ਜਿੱਥੇ ਤੁਹਾਡੇ ਕੋਲ ਇਸ ਕਾਇੰਡ ਦੇ ਆਪਸ਼ਨ ਹੋਣਗੇ, ਭਾਵੇਂ ਤੁਸੀਂ ਇਸ ਨੂੰ ਅਸਲ ਵਿੱਚ ਬੀ ਸਪਲਾਈਨ ਜਾਂ ਬੀਜ਼ੀਅਰ ਕਰਵ ਜਾਂ ਹਰਮਾਈਟ ਬੇਸ ਫੰਕਸ਼ਨਾਂ ਦੁਆਰਾ ਇੰਟਰਪੋਲੇਟ ਕਰਨਾ ਚਾਹੁੰਦੇ ਹੋ, ਅਤੇ ਹੋਰ ਵੀ। ਦੂਸਰੀ ਕਾਇੰਡ ਦੀ ਰਿਪਰੈਜ਼ੈਂਟੇਸ਼ਨ ਗੋਰਡਨ ਸਰਫੇਸ ਦੁਆਰਾ ਹੁੰਦੀ ਹੈ। ਇਸ ਲਈ ਇਸ ਕਾਇੰਡ ਦੀਆਂ ਗੋਰਡਨ ਸਰਫੇਸ ਨੂੰ ਫਰੀਫਾਰਮ ਸਰਫੇਸ ਮਾਡਲਿੰਗ ਕਿਹਾ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਤੁਹਾਡੇ ਕੋਲ ਡੇਟਾ ਪੁਆਇੰਟ ਹਨ ਜੋ ਤੁਸੀਂ ਅਸਲ ਵਿੱਚ ਡਰੈਗ ਡਰੋਪ ਕਰ ਸਕਦੇ ਹੋ ਤਾਂ ਜੋ ਉਸ ਸਰਫੇਸ ਨੂੰ ਕੁਦਰਤੀ ਤੌਰ ਤੇ ਉਸ CAD ਸੌਫਟਵੇਅਰ ਤੇ ਐਡਜਸਟ ਕੀਤਾ ਜਾ ਸਕੇ। ਤਾਂ ਤੁਹਾਡੇ ਕੋਲ G1 G2 ਕਰਵਾ ਦਾ ਇੱਕ ਨੈਟਵਰਕ ਹੋਵੇਗਾ। ਉਦਾਹਰਨ ਲਈ, ਜਿਵੇਂ ਕਿ ਜੇ ਮੈਂ ਕੁਝ ਅਜਿਹਾ ਕਹਿ ਰਿਹਾ ਹਾਂ ਕਿ ਇਹ ਇੱਕ ਕਰਵ ਹੈ, ਤੁਹਾਡੇ ਕੋਲ ਇੱਕ ਹੋਰ ਕਰਵ ਹੈ, ਤੁਹਾਡੇ ਕੋਲ ਇੱਕ ਹੋਰ ਕਰਵ ਹੈ, ਅਤੇ ਤੁਹਾਡੇ ਕੋਲ ਇੱਥੇ ਅਤੇ ਉੱਥੇ ਅਲੱਗ-ਥਲੱਗ ਡੇਟਾ ਪੁਆਇੰਟ ਹਨ। ਤਾਂ ਹੁਣ ਆਪਣੇ CAD ਸੌਫਟਵੇਅਰ ਦੀ ਵਰਤੋਂ ਕਰਦੇ ਹੋਏ ਤੁਸੀਂ ਸਿਰਫ ਇੱਕ ਡਾਟਾ ਪੁਆਇੰਟ ਚੁਣ ਸਕਦੇ ਹੋ, ਆਪਣੇ ਮਾਊਸ ਨੂੰ ਇੱਧਰ-ਉੱਧਰ ਹਿਲਾ ਸਕਦੇ ਹੋ ਤਾਂ ਜੋ ਤੁਹਾਨੂੰ ਸਰਫੇਸ ਵੇਰੀਏਸ਼ਨਸ, ਸਤ੍ਹਾ ਦੀਆਂ ਭਿੰਨਤਾਵਾਂ ਦਿਖਾਈ ਦੇਣ ਲੱਗ ਪੈਣ, ਅਤੇ ਤੁਸੀਂ ਧਿਆਨ ਨਾਲ ਆਪਣੇ ਸਰਫੇਸ ਨੂੰ ਇਹਨਾਂ ਸਾਰੇ ਪੁਆਇੰਟਾਂ ਵਿੱਚ ਖਿੱਚ ਕੇ ਇੱਕ ਸਮੂਥ ਕਾਇੰਡ ਦੀ ਸਰਫੇਸ ਚੰਗੀ ਤਰ੍ਹਾਂ ਮੈਪ ਕੀਤੀ ਜਾ ਸਕੇ। ਇਸ ਤਰ੍ਹਾਂ ਦੀਆਂ ਸਰਫੇਸ ਜਿਸ ਨੂੰ ਅਸੀਂ ਗੋਰਡਨ ਸਰਫੇਸ ਕਹਿੰਦੇ ਹਾਂ, ਇਹ ਕੁਝ ਖਾਸ ਕਾਇੰਡ ਦੇ ਸੰਬੰਧਾਂ ਨੂੰ ਸੰਤੁਸ਼ਟ ਕਰਦਾ ਹੈ, ਜਿਵੇਂ ਕਿ ਤੁਹਾਡੇ G1 ਕਰਵ, G2 ਕਰਵ, ਅਤੇ ਇਹਨਾਂ G1 G2 ਕਰਵਾਂ ਦੀ ਇੰਟਰਸੈਕਸ਼ਨ, ਜੋ ਇੱਕ ਖਾਸ ਬਲੇਂਡਿੰਗ ਫੰਕਸ਼ਨਾਂ ਨੂੰ ਸੰਤੁਸ਼ਟ ਕਰਨ ਲਈ ਮੰਨਿਆ ਜਾਂਦਾ ਹੈ। ਉਦਾਹਰਨ ਲਈ, ਜਿਵੇਂ ਕਿ ਤੁਹਾਡੇ ਕੋਲ ਇਹਨਾਂ ਸਰਫੇਸ ਤੇ ਬਹੁਤ ਜ਼ਿਆਦਾ ਭਿੰਨਤਾ ਹੈ, ਜਿਵੇਂ ਕਿ ਤੁਸੀਂ ਇੱਕ ਆਟੋਮੋਬਾਈਲ ਇੰਜਣ ਦਾ ਸਿਲੰਡਰ ਬਣਾ ਰਹੇ ਹੋ ਜਿੱਥੇ ਮਫਲਰ ਹੋਣਗੇ। ਇਹਨਾਂ ਪਾਈਪਲਾਈਨ ਸਟਰਕਚਰਾਂ ਵਿੱਚ ਅਚਾਨਕ ਬਦਲਾਅ ਹੋਵੇਗਾ। ਤਾਂ ਸਭ ਤੋਂ ਆਸਾਨ ਤਰੀਕਾ ਜੋ ਤੁਸੀਂ ਅਸਲ ਵਿੱਚ ਕੰਸਟਰਕਟ ਕਰ ਸਕਦੇ ਹੋ ਉਹ ਹੈ ਇਹ ਗੋਲਡਨ ਸਰਫੇਸ। ਇੱਥੇ ਇਸ ਤਰ੍ਹਾਂ ਦੀ ਵਸਤੂ ਦਿਖਾਈ ਗਈ ਹੈ। ਇੱਕ ਸਿਲੰਡਰੀਕਲ ਸਰਫੇਸ ਆਉਂਦੀ ਹੈ, ਅਚਾਨਕ ਇੱਕ ਬੰਪ ਹੁੰਦਾ ਹੈ, ਅਤੇ ਇੱਕ ਕਾਇੰਡ ਦਾ ਡੈਂਟ ਵੀ ਪੈਂਦਾ ਹੈ।
ਤਾਂ ਤੁਸੀਂ ਅਸਲ ਵਿੱਚ ਇਸ ਰਾਹੀਂ ਇੱਕ ਵਧੀਆ ਕਰਵ ਫਿੱਟ ਕਰਨਾ ਚਾਹੋਗੇ। ਜਾਂ ਸ਼ਾਇਦ ਤੁਸੀਂ ਬਾਇਓਮੈਡੀਕਲ ਫੀਲਡ ਵਿੱਚ ਆਪਣੇ ਪੈਰਾਂ ਜਾਂ ਹੱਡੀਆਂ ਦੇ ਸਟਰਕਚਰਾਂ ਤੇ ਕੰਮ ਕਰ ਰਹੇ ਹੋ। ਇਹ ਸਿਰਫ ਬਹੁਤ ਹੀ ਸਮੂਥ ਕਰਵ ਦੁਆਰਾ ਵਰਣਿਤ ਨਹੀਂ ਹਨ, ਇਹਨਾਂ ਹੱਡੀਆਂ ਤੇ ਅਚਾਨਕ ਪਰਿਵਰਤਨ ਹੋ ਸਕਦਾ ਹੈ। ਤੁਸੀਂ ਸੱਚਮੁੱਚ ਇਸ ਕਾਇੰਡ ਦੇ ਓਬਜੈਕਟ ਫਿਰ ਤੋਂ ਕੰਸਟਰਕਟ ਕਰਨਾ ਚਾਹੁੰਦੇ ਹੋ? ਤਾਂ ਉਸ ਨੂੰ ਦੇਖਣ ਦਾ ਸਭ ਤੋਂ ਵਧੀਆ ਤਰੀਕਾ ਇਹ ਗੋਲਡਨ ਸਰਫੇਸ ਦੀ ਵਰਤੋਂ ਕਰਨਾ ਹੈ। ਇਹ ਜ਼ਰੂਰੀ ਨਹੀਂ ਹੈ ਕਿ ਹਿਪ ਬੋਨ ਜੁਆਇੰਟ ਕਾਇੰਡ ਸਰਕੂਲਰ ਹੋ ਸਕਦੀ ਹੈ, ਇਸ ਵਿੱਚ ਕੁਝ ਵਿਸ਼ੇਸ਼ ਕਰਵ ਹੋ ਸਕਦਾ ਹੈ। ਇਸ ਲਈ, ਜਦੋਂ ਤੁਸੀਂ ਅਸਲ ਵਿੱਚ ਕੈਮਰਿਆਂ ਰਾਹੀਂ ਪਿਕਚਰ ਲੈਂਦੇ ਹੋ ਤਾਂ ਤੁਹਾਡੇ ਕੋਲ ਅਲੱਗ-ਥਲੱਗ ਡੇਟਾ ਪੁਆਇੰਟ ਹੋਣਗੇ। ਹੁਣ, ਤੁਸੀਂ ਇਸ ਨੂੰ ਫੇਰ ਤੋਂ ਕੰਸਟਰਕਟ ਕਰਨਾ ਚਾਹੁੰਦੇ ਹੋ, ਅਤੇ ਉਸ ਪੂਰੇ ਡੇਟਾ ਨੂੰ ਆਪਣੇ 3D ਪ੍ਰਿੰਟਿੰਗ ਓਬਜੈਕਟ ਵਿੱਚ ਟ੍ਰਾਂਸਫਰ ਕਰਨਾ ਚਾਹੁੰਦੇ ਹੋ। ਫਿਰ ਤੁਸੀਂ ਕੀ ਕਰਦੇ ਹੋ? ਤੁਸੀਂ ਉਹਨਾਂ ਪਿਕਸਲ ਇਨਫੋਰਮੇਸ਼ਨ ਦੀ ਵਰਤੋਂ ਕਰਦੇ ਹੋ, ਇਹਨਾਂ ਗੋਲਡਨ ਸਰਫੇਸ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਹੋ ਅਤੇ ਇਸ ਨੂੰ ਕੰਪਿਊਟਰ ਜਾਂ ਉਸ ਮਸ਼ੀਨ ਐਲੀਮੈਂਟ ਨੂੰ ਸਿਖਾਉਂਦੇ ਹੋ ਅਤੇ ਪ੍ਰਿੰਟ ਕਰਦੇ ਹੋ। ਫਰਦਰ ਪਰਪਸ, ਇਸ ਕਾਇੰਡ ਦੀਆਂ ਗੋਲਡਨ ਸਰਫੇਸ ਦੀ ਵਰਤੋਂ ਖਾਸ ਤੌਰ ਤੇ ਜੈਟ ਇੰਜਨ ਨਲੀਆਂ ਅਤੇ ਹੋਰ ਚੀਜ਼ਾਂ ਲਈ ਕੀਤੀ ਜਾਵੇਗੀ ਜਿੱਥੇ ਅਚਾਨਕ ਰੁਕਾਵਟ ਆਉਂਦੀ ਹੈ। ਉੱਥੇ ਤੁਸੀਂ ਇਸ ਗੋਲਡਨ ਸਰਫੇਸ ਦੀ ਵਰਤੋਂ ਕਰਦੇ ਹੋ। ਦੂਸਰੀਆਂ ਕਾਇੰਡ ਦੀਆਂ ਸਰਫੇਸ ਕੂਨ ਸਰਫੇਸ ਹੁੰਦੀਆਂ ਹਨ, ਖਾਸ ਤੌਰ ਤੇ ਬੀ ਸਪਲਾਈਨਾਂ, ਬੇਸਿਸ ਸਪਲਾਈਨਾਂ ਮਸ਼ਹੂਰ ਹਨ। ਜਦੋਂ ਸੀਮਾਵਾਂ ਖੁੱਲ੍ਹੀਆਂ ਹੁੰਦੀਆਂ ਹਨ ਤਾਂ ਤੁਹਾਡੇ ਕੋਲ ਵੱਖਰੇ ਡੇਟਾ ਪੁਆਇੰਟ ਹੁੰਦੇ ਹਨ, ਪਰ ਇਹ ਵੱਖਰੇ ਡੇਟਾ ਪੁਆਇੰਟ ਤੁਹਾਡੇ ਕੋਲ ਮੌਜੂਦ ਓਬਜੈਕਟ ਦੇ ਅੰਦਰ ਕਿਤੇ ਕੋਈ ਬਾਉਂਡਰੀ ਨਹੀਂ ਬਣਾਉਂਦੇ ਹਨ। ਫਿਰ ਤੁਸੀਂ ਬੀ ਸਪਲਾਈਨਾਂ ਦੀ ਵਰਤੋਂ ਕਰਦੇ ਹੋ, ਪਰ ਜੇਕਰ ਇਹ ਡੇਟਾ ਪੁਆਇੰਟ ਇੱਕ ਖਾਸ ਕਾਇੰਡ ਦੀ ਬਾਉਂਡਰੀ ਤੇ ਹੁੰਦੇ ਹਨ ਤਾਂ ਅਸੀਂ ਇਸ ਕੂਨਜ਼ ਸਰਫੇਸ ਨੂੰ ਵਰਤਦੇ ਹਾਂ ਅਤੇ ਇਹ ਕੂਨ ਸਰਫੇਸ ਬਿਹਤਰ ਅਨੁਮਾਨ ਹਨ। ਤਾਂ ਕੂਨਜ਼ ਕੰਪਿਊਟਰ ਗ੍ਰਾਫਿਕਸ ਦੇ ਖੇਤਰ ਵਿੱਚ ਇੱਕ ਮਸ਼ਹੂਰ ਪਾਇਨੀਅਰ ਹਨ। ਉਹ MIT ਵਿੱਚ ਇੱਕ ਪ੍ਰੋਫੈਸਰ ਸਨ ਅਤੇ ਉਹਨਾਂ ਨੇ ਇੰਜੀਨੀਅਰਾਂ ਲਈ ਇਹ ਡਿਜ਼ਾਈਨ ਟੂਲ ਬਣਾਉਣ ਦੇ ਮਾਮਲੇ ਵਿੱਚ ਬਹੁਤ ਸਾਰਾ ਟਾਈਮ ਬਿਤਾਇਆ ਹੈ। ਤਾਂ ਇੱਥੇ ਇੱਕ ਅਬਸਟਰੈਕਸ਼ਨ ਵਿੱਚ ਸਾਡੇ ਕੋਲ ਇਹ ਕਰਵ ਜਾਂ ਉਸ ਖਾਸ ਕਰਵ ਉੱਤੇ ਡੇਟਾ ਪੁਆਇੰਟ ਅਤੇ ਉਹ ਜੋ ਬਾਉਂਡਰੀਆਂ ਬਣਾਉਂਦੇ ਹਨ। ਇਹਨਾਂ ਡੇਟਾ ਪੁਆਇੰਟਾਂ ਨੂੰ ਸਰਫੇਸ ਦੇ ਅੰਦਰ ਕੰਸਟਰਕਟ ਕਰਨ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ, ਜਿਸ ਬਾਰੇ ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਹੈ? ਸਾਡੇ ਕੋਲ ਸਿਰਫ ਉਸ ਬਾਉਂਡਰੀ ਦੀ ਇਨਫੋਰਮੇਸ਼ਨ ਹੈ। ਸਾਡੇ ਕੋਲ ਸਭ ਤੋਂ ਵਧੀਆ ਤਰੀਕਾ ਕੀ ਹੈ ਕਿ ਮੈਂ ਅਸਲ ਵਿੱਚ ਉਸ ਸਰਫੇਸ ਨੂੰ ਕੰਸਟਰਕਟ ਕਰ ਸਕਦਾ ਹਾਂ। ਇਹ ਦ੍ਰਿਸ਼ ਬਹੁਤ ਵਧੀਆ ਲੱਗਦਾ ਹੈ, ਪਰ ਕੰਸਟਰਕਸ਼ਨ ਦਾ ਮਤਲਬ ਹੈ ਕਿ ਇਸ ਦੇ ਲਈ ਥੋੜੇ ਜਿਹੇ ਮੈਥਮੈਟਿਕਲ ਹੁਨਰ ਸਕਿੱਲ ਸੈੱਟ ਦੀ ਲੋੜ ਹੁੰਦੀ ਹੈ। ਇਸ ਲਈ ਕੋਈ ਵੀ CAD ਸੌਫਟਵੇਅਰ ਅਸਲ ਵਿੱਚ ਇਸ ਕਾਇੰਡ ਦੇ ਸਰਫੇਸ ਨੂੰ ਕੰਸਟਰਕਟ ਕਰਨ ਲਈ ਬੈਕਗ੍ਰਾਉਂਡ ਪ੍ਰੋਗਰਾਮਿੰਗ ਨੂੰ ਨਿਯੋਜਿਤ ਕਰਦਾ ਹੈ। ਇੱਕ ਕੂਨਜ਼ ਪੈਚ ਇੱਕ ਕਿਸਮ ਦਾ ਮੈਨੀਫੋਲਡ ਪੈਰਾਮੀਟਰ ਹੈ ਜੋ ਕੰਪਿਊਟਰ ਗ੍ਰਾਫਿਕਸ ਵਿੱਚ ਹੋਰ ਸਰਫੇਸ ਨੂੰ ਸੁਚਾਰੂ ਢੰਗ ਨਾਲ ਜੋੜਨ ਲਈ ਅਤੇ ਕੰਪਿਊਟੇਸ਼ਨਲ ਮਕੈਨਿਕਸ ਐਪਲੀਕੇਸ਼ਨਾਂ ਵਿੱਚ ਵਰਤਿਆ ਜਾਂਦਾ ਹੈ। ਖਾਸ ਤੌਰ ਤੇ ਫਾਈਨਾਈਟ ਐਲੀਮੈਂਟ ਮੈਥਡਜ਼ ਅਤੇ ਬਾਉਂਡਰੀ ਐਲੀਮੈਂਟ ਮੈਥਡਜ਼ ਵਿੱਚ ਤੁਸੀਂ ਅਸਲ ਵਿੱਚ ਡੋਮੇਨਾਂ ਦੀਆਂ ਸਮੱਸਿਆਵਾਂ ਨੂੰ ਐਲੀਮੈਂਟਾਂ ਵਿੱਚ ਜੋੜਨਾ ਚਾਹੋਗੇ ਅਤੇ ਹੋਰ ਵੀ। ਇਹ ਕੂਨ ਸਰਫੇਸ ਕਾਫੀ ਮਸ਼ਹੂਰ ਹਨ। ਇਸ ਲਈ, ਫੀਲਡ ਨੂੰ ਸਮਝਣ ਲਈ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਸੋਲਵ ਕਰਨ ਲਈ ਕੁਝ ਮੈਥਮੈਟਿਕਲ ਪ੍ਰਕਿਰਿਆਵਾਂ ਹਨ ਜਿਨ੍ਹਾਂ ਨੂੰ ਅਸੀਂ ਫਾਈਨਾਈਟ ਐਲੀਮੈਂਟ ਮੈਥਡਜ਼ ਕਹਿੰਦੇ ਹਾਂ। ਇਹਨਾਂ ਖਾਸ ਚੀਜ਼ਾਂ ਵਿੱਚੋਂ ਕਿਸੇ ਇੱਕ ਤੇ ਤੁਹਾਡੇ ਕੋਲ ਬਾਉਂਡਰੀ ਕੰਡੀਸ਼ਨ ਹਨ। ਅਤੇ ਹੋ ਸਕਦਾ ਹੈ ਕਿ ਇੱਕ ਸਰਫੇਸ ਜਿਸਨੂੰ ਤੁਸੀਂ ਅਸਲ ਵਿੱਚ ਇੱਕ ਸਮੂਥ ਸਰਫੇਸ ਵਜੋਂ ਦਰਸਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਕੂਨਜ਼ ਸਰਫੇਸ ਨੂੰ ਵਰਤਦੇ ਹੋ। ਇੱਥੋਂ ਤੱਕ ਕਿ ਮੈਸ਼ਿੰਗ ਵੀ ਉਸ ਪਿਕਚਰ ਵਿੱਚ ਸਥਾਨਕ ਪਿਕਚਰ ਨੂੰ ਜ਼ੂਮ ਕਰ ਸਕਦੀ ਹੈ। ਇਹ ਕੂਨ ਸਰਫੇਸ ਹਮੇਸ਼ਾ ਮਦਦਗਾਰ ਹੁੰਦੇ ਹਨ। ਅਤੇ ਅੱਗੇ ਇਹਨਾਂ ਕੂਨ ਸਰਫੇਸ ਨੂੰ ਸਮੂਥ ਕਰਨ ਲਈ ਲੋਕ ਬਲੇਂਡਿੰਗ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਭਾਵੇਂ ਤੁਸੀਂ ਜ਼ੂਮ ਕਰ ਰਹੇ ਹੋਵੋ ਕਿ ਪਿਕਸਲ ਪਰਿਵਰਤਨ ਅਸਲ ਵਿੱਚ ਇਸ ਕਾਇੰਡ ਦੀਆਂ ਟੈਕਨੀਕਾਂ ਵਿੱਚ ਭਿੰਨ ਨਹੀਂ ਹੋਣਾ ਚਾਹੀਦਾ ਜੋ ਲੋਕ ਵਰਤਦੇ ਹਨ। ਇਸ ਤੋਂ ਇਲਾਵਾ, ਉਹ ਬਾਇਲੀਨੀਅਰ ਅਤੇ ਬਾਈਕਿਊਬਿਕ ਕਾਇੰਡ ਦੇ ਇੰਟਰਪੋਲੇਸ਼ਨਾਂ ਦੀ ਵੀ ਵਰਤੋਂ ਕਰਦੇ ਹਨ। ਇਸ ਲਈ ਇੱਥੇ ਜੋ ਅਸੀਂ ਦੇਖ ਰਹੇ ਹਾਂ ਉਹ ਹੈ ਅਸਲ ਵਿੱਚ ਇੰਜਨ ਡਕਟ ਹਵਾਈ ਜਹਾਜ਼ ਅਤੇ ਜੈਟ ਇੰਜਨ ਜੋ ਵਿੰਗਸ ਤੇ ਹੁੰਦੇ ਹਨ। ਤੁਹਾਡੇ ਕੋਲ ਜੈਟ ਇੰਜਨ ਵਰਗਾ ਕੁਝ ਹੋਵੇਗਾ ਜੋ ਹਵਾ ਲੈ ਕੇ ਬਾਲਣ ਨੂੰ ਸਾੜਦਾ ਹੈ ਤਾਂ ਜੋ ਨਿਕਾਸ ਬਾਹਰ ਨਿਕਲ ਜਾਵੇ ਅਤੇ ਇਹ ਉਸ ਇੰਜਨ ਦੇ ਜ਼ੋਰ ਦੀ ਸਪਲਾਈ ਕਰ ਸਕੇ। ਇਸ ਲਈ ਇਹਨਾਂ ਡਕਟਸ ਦਾ ਹਮੇਸ਼ਾ ਕੁਝ ਵਿਸ਼ੇਸ਼ ਕਾਇੰਡ ਦਾ ਫਾਰਮ ਹੁੰਦਾ ਹੈ। ਜੇਕਰ ਤੁਸੀਂ ਇਹ ਦੇਖ ਰਹੇ ਹੋ ਕਿ ਉਹ ਚੰਗੀ ਤਰ੍ਹਾਂ ਨਾਲ ਉਹਨਾਂ ਡਾਇਰੈਕਸ਼ਨ ਵੱਲ ਮੁੜਦੇ ਅਤੇ ਮਰੋੜਦੇ ਹਨ ਤਾਂ ਇਸ ਕਾਇੰਡ ਦੇ ਸਰਫੇਸ ਕੰਸਟਰਕਸ਼ਨ ਲਈ ਇਹ ਕੂਨ ਸਰਫੇਸ ਕਾਫੀ ਮਸ਼ਹੂਰ ਹਨ।
ਤਾਂ ਇਸ ਤੋਂ ਇਲਾਵਾ ਜਦੋਂ ਤੁਹਾਡੇ ਕੋਲ ਇਹ ਕਰਵ ਹੁੰਦੇ ਹਨ ਐਜ ਵਾਲੇ, ਤਾਂ ਅਸੀਂ ਅਸਲ ਵਿੱਚ ਬਹੁਤ ਤਿੱਖੀਆਂ ਥਿੰਗਸ ਨਹੀਂ ਚਾਹੁੰਦੇ, ਜਿਸ ਨਾਲ ਇਹ ਤਿੱਖੇ ਐਜ ਹਮੇਸ਼ਾ ਥੋੜੀ ਮੁਸ਼ਕਲ ਪੈਦਾ ਕਰਦੇ ਹਨ ਅਤੇ ਅਸੀਂ ਇਸ ਨੂੰ ਇਸ ਤਰ੍ਹਾਂ ਦੀ ਥਿੰਗ ਨੂੰ ਗੋਲਾਈ ਦੇਣਾ ਚਾਹੁੰਦੇ ਹਾਂ। ਜੇਕਰ ਤੁਸੀਂ ਅਜਿਹਾ ਕਰਨ ਜਾ ਰਹੇ ਹੋ, ਤਾਂ ਅਸੀਂ ਉਸ ਨੂੰ ਸਰਫੇਸ ਦੀ ਫਿਲੇਟ ਕਹਿੰਦੇ ਹਾਂ। ਉਦਾਹਰਨ ਲਈ, ਸਾਡੇ ਕੋਲ ਇੱਕ ਰੈਕਟੈਂਗੂਲਰ ਪਲੇਟ ਹੈ ਅਤੇ ਅਸੀਂ ਇਸ ਨੂੰ ਦੂਜੀ ਨਾਲ ਜੋੜਨਾ ਚਾਹੁੰਦੇ ਹਾਂ। ਸਾਡੇ ਕੋਲ ਇਹ ਤਿੱਖੇ ਕੋਰਨਰ ਹਨ, ਅਸੀਂ ਤਿੱਖੇ ਕੋਰਨਰ ਨਹੀਂ ਚਾਹੁੰਦੇ, ਤਾਂ ਅਸੀਂ ਕੀ ਕਰਦੇ ਹਾਂ? ਅਸੀਂ ਉਸ ਸਰਫੇਸ ਨੂੰ ਹਟਾਉਣ ਦੀ ਕੋਸ਼ਿਸ਼ ਕਰਦੇ ਹਾਂ ਜੋ ਇਸ ਨੂੰ ਕੁਝ ਸਮੂਥ ਬਣਾਏ। ਉਦਾਹਰਨ ਲਈ, ਉਸ ਰੈਕਟੈਂਗੂਲਰ ਪੋਰਸ਼ਨ ਵਿੱਚ ਸਾਡੇ ਕੋਲ ਸਮੂਥ ਕੋਰਨਰ ਹਨ। ਕਿਉਂਕਿ ਇਹਨਾਂ ਤਿੱਖੇ ਕੋਰਨਰ ਤੋਂ ਅਸੀਂ ਬਚਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਇਹ ਸਾਡੀ ਪ੍ਰੋਡਕਟਿਵਿਟੀ ਜਾਂ ਪ੍ਰਭਾਵਿਤ ਕਰ ਸਕਦੇ ਜਾਂ ਸ਼ਾਇਦ ਰੂਪਾਂ ਨੂੰ ਖੁਰਚ ਜਾਂ ਨੁਕਸਾਨ ਪਹੁੰਚਾ ਸਕਦੇ ਹਨ। ਉਸ ਸਮੂਥ ਵਿਸ਼ੇਸ਼ ਥਿੰਗ ਨੂੰ ਬਣਾਈ ਰੱਖਣਾ ਮੁਸ਼ਕਲ ਹੈ, ਇਸ ਲਈ ਅਸੀਂ ਇਸ ਨੂੰ ਹਮੇਸ਼ਾ ਗੋਲਾਈ ਦਿੰਦੇ ਹਾਂ। ਇਸ ਕਾਇੰਡ ਦੀਆਂ ਥਿੰਗਸ ਜਿਨ੍ਹਾਂ ਨੂੰ ਅਸੀਂ ਫਿਲੇਟ ਸਰਫੇਸ ਕਹਿੰਦੇ ਹਾਂ। ਇੱਕ ਫਿਲੇਟ ਸਰਫੇਸ ਇੱਕ ਗੋਲ ਕੋਰਨਰ ਹੈ ਜੋ ਦੋ ਹੋਰ ਸਰਫੇਸ ਦੇ ਐਜ ਨੂੰ ਜੋੜਦਾ ਹੈ। ਸਭ ਤੋਂ ਆਸਾਨ ਤਰੀਕਾ ਇਹ ਹੈ ਕਿ ਤੁਸੀਂ ਕਰਵੇਚਰ ਦੇ ਸੈਂਟਰ ਦਾ ਇੱਕ ਰੇਡੀਅਸ ਚੁਣਦੇ ਹੋ। ਉੱਥੋਂ ਤੁਸੀਂ ਇਹਨਾਂ ਕਰਵਾਂ ਨੂੰ ਇੱਕ ਟੈਂਜੈਂਟ ਵਜੋਂ ਜੋੜਨ ਲਈ ਇੱਕ ਲਾਈਨ ਡਰਾ ਕਰਦੇ ਹੋ ਅਤੇ ਬਾਕੀ ਬਚੀ ਮਟੀਰੀਅਲ ਨੂੰ ਹਟਾਉਂਦੇ ਹੋ ਅਤੇ ਉਸ ਇਨਫੋਰਮੇਸ਼ਨ ਨੂੰ ਬਾਹਰ ਕੱਢਦੇ ਹੋ ਤਾਂ ਜੋ ਤੁਹਾਨੂੰ ਇੱਕ ਫਲੈਟ ਸਰਫੇਸ ਮਿਲ ਸਕੇ। ਇੱਥੇ ਸਾਡੇ ਕੋਲ ਇੱਕ ਹੋਰ ਕਾਇੰਡ ਦੀ ਰਿਪਰੈਜ਼ੈਂਟੇਸ਼ਨ ਹੈ। ਤੁਹਾਡੇ ਕੋਲ ਇਹ ਰੈਕਟੈਂਗੂਲਰ ਪਲੇਟ ਹੈ, ਰੈਕਟੈਂਗੂਲਰ ਪਲੇਟ ਜਿਸ ਨੂੰ ਤੁਸੀਂ ਇਸ ਸਮੂਥ ਸਰਫੇਸ ਕੰਸਟਰਕਟ ਕਰਨ ਦੀ ਕੋਸ਼ਿਸ਼ ਕਰਦੇ ਹੋ ਅਤੇ ਇਹਨਾਂ ਪੋਰਸ਼ਨ ਨਾਲ ਹੋਰ ਜੋੜਨ ਦੀ ਕੋਸ਼ਿਸ਼ ਕਰਦੇ ਹੋ, ਜਿਸ ਨੂੰ ਅਸੀਂ ਫਿਲੇਟ ਸਰਫੇਸ ਕਹਿੰਦੇ ਹਾਂ। ਸਿਮਿਲਰਲੀ, ਆਓ ਇਸ ਨੂੰ ਵੇਖੀਏ। ਹੋ ਸਕਦਾ ਹੈ ਕਿ ਤੁਹਾਡੇ ਕੋਲ ਇੱਕ ਆਟੋਮੋਬਾਈਲ ਕਾਰ ਵਿੰਡਸ਼ੀਲਡ ਹੈ, ਜਿਸ ਨੂੰ ਓਬਜੈਕਟ ਦੇ ਨਾਲ ਚੰਗੀ ਤਰ੍ਹਾਂ ਨਾਲ ਜੋੜਿਆ ਜਾਣਾ ਚਾਹੀਦਾ ਹੈ। ਇਹ ਤਿੱਖਾ ਬਦਲਾਅ ਨਹੀਂ ਹੋਣਾ ਚਾਹੀਦਾ। ਇਸ ਪਰਪਸ ਲਈ ਵੀ ਅਸੀਂ ਫਿਲੇਟ ਸਰਫੇਸ ਦੀ ਵਰਤੋਂ ਕਰਦੇ ਹਾਂ। ਜਦੋਂ ਵੀ ਤੁਸੀਂ ਇਹਨਾਂ ਫਿਲੇਟ ਸਰਫੇਸ ਦੀ ਵਰਤੋਂ ਕਰਦੇ ਹੋ, ਬੀ ਸਪਲਾਈਨ ਸਰਫੇਸ ਦੀ ਵਰਤੋਂ ਕਰਨਾ ਮਸ਼ਹੂਰ ਤਰੀਕਾ ਹੈ। ਕੋਈ ਵੀ ਅਸਲ ਵਿੱਚ ਇਸ ਦੀ ਵਰਤੋਂ ਕਰ ਸਕਦਾ ਹੈ। ਉਹਨਾਂ ਨੂੰ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੱਕ ਚੰਗੀ ਤਰ੍ਹਾਂ ਮੈਪ ਕੀਤਾ ਜਾਵੇਗਾ। ਸਿਮਿਲਰਲੀ, CAD ਸੌਫਟਵੇਅਰ ਤੇ ਅਸੀਂ ਆਫਸੈਟ ਸਰਫੇਸ ਨਾਮਕ ਹੋਰ ਕਈ ਤਰ੍ਹਾਂ ਦੀਆਂ ਸਰਫੇਸ ਦੀ ਵਰਤੋਂ ਕਰਦੇ ਹਾਂ। ਤੁਹਾਡੇ ਕੋਲ ਉਸ ਸਰਫੇਸ ਦੇ ਸੰਬੰਧ ਵਿੱਚ ਇੱਕ ਆਫਸੈਟ ਵਾਲੀ ਸਰਫੇਸ ਹੁੰਦੀ ਹੈ, ਉਸੇ ਤਰ੍ਹਾਂ ਦੀ ਸਰਫੇਸ ਜਿਸ ਨੂੰ ਅਸੀਂ ਕੰਸਟਰਕਟ ਕਰਨਾ ਚਾਹੁੰਦੇ ਹਾਂ। ਉਦਾਹਰਨ ਲਈ, ਮੇਰੇ ਕੋਲ ਇੱਕ ਸਿਲੰਡਰ ਹੈ। ਮੈਂ ਇਸ ਦੇ ਆਲੇ ਦੁਆਲੇ ਇੱਕ ਹੋਰ ਕੰਸੈਂਟਰਿਕ ਸਿਲੰਡਰ ਰੱਖਣਾ ਚਾਹਾਂਗਾ। ਜੇਕਰ ਮੈਂ ਅਜਿਹੀ ਕਿਸਮ ਦੀ ਚੀਜ਼ ਕੰਸਟਰਕਟ ਕਰਦਾ ਹਾਂ ਤਾਂ ਇਸ ਨੂੰ ਅਸੀਂ ਆਫਸੈਟ ਸਤ੍ਹਾ ਕਹਿੰਦੇ ਹਾਂ। ਇੱਥੇ ਸਾਡੇ ਕੋਲ ਕੁਝ ਐਸਬੈਸਟਸ ਕਾਇੰਡ ਦੀ ਸ਼ੀਟ ਹੈ ਜਿਸ ਤੋਂ ਅਸੀਂ ਛੱਤ, ਜੋ ਇੱਕ ਪੈਰਲਲ ਥਿੰਗ ਹੈ, ਕੰਸਟਰਕਟ ਕਰਨਾ ਚਾਹੁੰਦੇ ਹਾਂ। ਇਸੇ ਨੂੰ ਅਸੀਂ ਆਫਸੈਟ ਸਰਫੇਸ ਕਹਿੰਦੇ ਹਾਂ। ਇੱਥੇ ਵੀ ਇਸ ਨੂੰ ਦੇਖਣ ਦਾ ਸਭ ਤੋਂ ਆਸਾਨ ਤਰੀਕਾ ਇਹ ਹੈ ਕਿ ਜੋ ਸਾਡੇ ਕੋਲ ਹੈ, ਕੀ ਉਹ ਕਰਵ ਹੈ ਜਾਂ ਸਰਫੇਸ। ਪਹਿਲਾਂ ਉਸ ਡਾਇਰੈਕਸ਼ਨ ਦੇ ਨੋਰਮਲ ਵਿੱਚ ਇੱਕ ਪੁਆਇੰਟ ਕੰਸਟਰਕਟ ਕਰੋ। ਇੱਕ ਖਾਸ ਰੇਡੀਅਸ ਵਾਲਾ ਇੱਕ ਸਰਕਲ ਡਰਾ ਕਰੋ, ਜਿੱਥੇ ਵੀ ਉਸ ਸਰਫੇਸ ਦਾ ਇੱਕ ਟੈਂਜੈਂਸ਼ੀਅਲ ਪੁਆਇੰਟ ਪਿਕ ਹੈ। ਇਸ ਨੂੰ ਇੱਕ ਸੈਂਟਰ ਦੀ ਤਰ੍ਹਾਂ ਲਓ ਅਤੇ ਇਸ ਤੋਂ ਆਫਸੈਟ ਦੂਰੀ ਦੇ ਬਰਾਬਰ ਦੇ ਰੇਡੀਅਸ ਵਾਲਾ ਇੱਕ ਸਰਕਲ ਡਰਾ ਕਰੋ। ਹੁਣ ਅਸੀਂ ਉੱਥੇ ਇੱਕ ਟੈਂਜੈਂਟ ਡਰਾ ਕਰਨ ਜਾ ਰਹੇ ਹਾਂ ਤਾਂ ਕਿ ਸਾਡੇ ਕੋਲ ਉਹ ਪੁਆਇੰਟ ਹੈ। ਤਾਂ ਹੁਣ ਉਹਨਾਂ ਪੁਆਇੰਟਾਂ ਨੂੰ ਜੋੜ ਕੇ ਇੱਕ ਆਫਸੈਟ ਸਰਫੇਸ ਕੰਸਟਰਕਟ ਕਰੋ। ਇਹ ਸਭ ਤੋਂ ਆਸਾਨ ਤਰੀਕਾ ਹੈ ਜਿਸ ਨਾਲ ਕੋਈ ਵੀ ਆਫਸੈਟ ਕੰਸਟਰਕਟ ਕਰ ਸਕਦਾ ਹੈ। ਜੇਕਰ ਅਸੀਂ ਸੱਚਮੁੱਚ ਉਸ ਕਰਵ ਦੀ ਕੁਆਲਿਟੀ ਵਿੱਚ ਸੁਧਾਰ ਕਰਨਾ ਚਾਹੁੰਦੇ ਹਾਂ, ਤਾਂ ਅਸੀਂ ਵਿਸ਼ੇਸ਼ ਕਰਵਾਂ ਦੀ ਵਰਤੋਂ ਕਰਦੇ ਹਾਂ। ਇਸ ਦੀ ਹੋਰ ਟਰਮੀਨੋਲੋਜੀ ਵੀ ਹੈ ਜਦੋਂ ਅਸੀਂ ਸੌਫਟਵੇਅਰ ਦੀ ਵਰਤੋਂ ਕਰਦੇ ਹੋਏ ਇਹਨਾਂ 3D ਓਬਜੈਕਟ ਕੰਸਟਰਕਟ ਕਰਦੇ ਹਾਂ, ਜਿਸ ਨੂੰ ਅਸੀਂ ਚੈਂਫਰ ਕਹਿੰਦੇ ਹਾਂ। ਚੈਂਫਰ ਵਿੱਚ ਕਿਸੇ ਪਲੇਨ ਤੇ ਮਟੀਰੀਅਲ ਨੂੰ ਹਟਾਉਣਾ ਹੁੰਦਾ ਹੈ। ਅਸੀਂ ਇਸ ਨੂੰ ਗੋਲ ਨਹੀਂ ਕਰਦੇ, ਪਰ ਅਸੀਂ ਉਸ ਮਟੀਰੀਅਲ ਨੂੰ ਤੁਰੰਤ ਕੱਟਦੇ ਜਾਂ ਹਟਾਉਂਦੇ ਹਾਂ ਜਿਵੇਂ ਕਿ ਇਹ ਪਲੇਨ ਇਹ ਕੱਟ ਦਿੱਤਾ ਜਾਂਦਾ ਹੈ। ਉਦਾਹਰਨ ਲਈ, ਜੇਕਰ ਅਸੀਂ ਇਸ ਨੂੰ ਪਲੇਨਰ ਵਿਊ ਵਿੱਚ ਦੇਖ ਰਹੇ ਹਾਂ ਤਾਂ ਆਓ ਅਸੀਂ ਇਸ ਓਬਜੈਕਟ ਤੇ ਕੰਸੀਡਰ ਕਰੀਏ ਜੋ ਸਾਡੇ ਕੋਲ 2 ਡਾਇਮੈਂਸ਼ਨ ਵਿੱਚ ਹੈ, ਜੋ ਅਸੀਂ ਅਸਲ ਵਿੱਚ ਉਸ ਮਟੀਰੀਅਲ ਨੂੰ ਹਟਾਉਣਾ ਚਾਹੁੰਦੇ ਹਾਂ, ਕੱਟ ਕੇ ਤੇ ਬਚਦੀ ਵਾਧੂ ਮਟੀਰੀਅਲ ਹਟਾਉਂਦੇ ਹਾਂ। ਜੇਕਰ ਅਸੀਂ ਅਜਿਹਾ ਕਰਦੇ ਹਾਂ, ਤਾਂ ਅਸੀਂ ਉਸ ਨੂੰ ਚੈਂਫਰ ਕਹਿੰਦੇ ਹਾਂ ਤੇ ਜੇ ਅਸੀਂ ਇਸ ਦੀ ਗੋਲਾਈ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਇਸ ਨੂੰ ਫਿਲੇਟ ਕਹਿੰਦੇ ਹਾਂ। ਉਦਾਹਰਨ ਲਈ, ਆਓ ਇੱਥੇ ਤਾਜ ਮਹਿਲ ਦੇ ਨੇੜੇ ਆਰਕੀਟੈਕਚਰ ਦੇ ਵਿਊ ਨੂੰ ਵੇਖੀਏ। ਇੱਥੇ ਇੱਕ ਪ੍ਰਵੇਸ਼ ਗੇਟ ਹੈ, ਗ੍ਰੇਟ ਟਾਵਰ। ਜੇਕਰ ਅਸੀਂ ਇਹਨਾਂ ਕਾਲਮਾਂ ਨੂੰ ਦੇਖ ਰਹੇ ਹਾਂ ਤਾਂ ਇਹ ਗੋਲਾਈ ਵਾਲੀ ਕਾਇੰਡ ਦੇ ਕਾਲਮ ਟਾਵਰ ਨਹੀਂ ਹਨ। ਇਹ ਇੱਕ ਪਲੇਟ
ਦੀ ਤਰ੍ਹਾਂ ਹੁੰਦੇ ਹਨ। ਅਗਲੀ ਪਲੇਟ ਇੱਕ ਹੋਰ ਪਲੇਟ ਦੇ ਨਾਲ ਜੁੜੀ ਹੁੰਦੀ ਹੈ। ਜੇ ਇਸ ਵਿੱਚ ਤਿੱਖੇ ਕੱਟ ਹੁੰਦੇ ਹਨ, ਤਾਂ ਅਸੀਂ ਇਸ ਨੂੰ ਚੈਂਫਰਿੰਗ ਕਹਿੰਦੇ ਹਾਂ। ਚੈਂਫਰਿੰਗ ਹਮੇਸ਼ਾ ਇੱਕ ਵਧੀਆ ਕੱਟ ਹੁੰਦਾ ਹੈ, ਕਿਉਂਕਿ ਆਰਕੀਟੈਕਚਰਲ ਪੁਆਇੰਟ ਦੇ ਵਿਓ ਦੇ ਕਾਰਨ ਤੁਹਾਡੇ ਕੋਲ ਉਸ ਕਾਇੰਡ ਦੀ ਥਿੰਗ ਹੋ ਸਕਦੀ ਹੈ, ਜਿਸ ਨੂੰ ਤੁਸੀਂ ਉਹਨਾਂ ਚੈਂਫਰ ਸਰਫੇਸ ਤੇ ਕਿਸੇ ਕਾਇੰਡ ਦੀਆਂ ਪਿਕਚਰ ਨੂੰ ਚਿਪਕਾਉਣਾ ਚਾਹੁੰਦੇ ਹੋ। ਇਸ ਲਈ, ਤੁਹਾਨੂੰ ਇੱਕ ਕਰਵ ਸਰਫੇਸ ਦੀ ਬਜਾਏ ਫਲੈਟ ਸਰਫੇਸ ਦੀ ਲੋੜ ਹੁੰਦੀ ਹੈ, ਤਾਂ ਤੁਸੀਂ ਉਸ ਚੈਂਫਰ ਦੇ ਨਾਲ ਜਾਂਦੇ ਹੋ। ਤਾਂ ਅਗਲੀ ਕਲਾਸ ਵਿੱਚ ਅਸੀਂ SolidWorks ਬਾਰੇ ਸਿੱਖਾਂਗੇ ਅਤੇ ਕੁਝ ਉਦਾਹਰਣਾਂ ਦਾ ਅਭਿਆਸ ਕਰਾਂਗੇ ਕਿ ਉਸ ਟੂਲ ਨੂੰ ਕਿਵੇਂ ਵਰਤਣਾ ਹੈ। ਤੁਹਾਡਾ ਧੰਨਵਾਦ।